देखो ਜਿਹੜਾ ਵਰਕ ਪੋਜ਼ਿਟਿਵ ਹੋਊਗਾ ਉਹ ਤਾਂ ਹੋਊਗਾ ਜੇ ਆਪਣਾ ਫੋਰਸ ਤੇ ਡਿਸਪਲੇਸਮੈਂਟ ਦੇ ਵਿਚਾਲੇ ਜਿਹੜਾ ਐਂਗਲ ਹੈ ਉਹ 0 ਤੋਂ ਲੈ ਕੇ 90 ਦੇ ਵਿੱਚ ਆ ਰਿਹਾ ਹੋਵੇ ਲੇਕਿਨ 90 ਦੇ ਇਕੁਅਲ ਨਾ ਹੋਵੇ ਕਿਉਂਕਿ ਕੱਲ ਆਪਣੇ ਸਮਝਿਆ ਸੀ ਕਿ ਜੇ ਐਂਗਲ 90 ਦਾ ਹੋ ਜਾਊਗਾ ਤਾਂ cos 90 ਹੁੰਦਾ 0 ਉਸ ਕੇਸ ਦੇ ਵਿੱਚ ਜਿਹੜਾ ਆਪਣਾ ਵਰਕ ਡਨ ਹੈ ਉਹ ਵੀ ਕਿੰਨਾ ਬਣ ਜਾਊਗਾ 0 ਹੋ ਜਾਊਗਾ ਤੇ ਗੱਲ ਫੇਰ ਤੋਂ ਸੁਣ ਲਓ ਕਿ ਜਦੋਂ ਆਪਾਂ ਨਾ ਵਰਕ ਡਨ ਪੋਜ਼ਿਟਿਵ ਹੈ ਤਾਂ ਉਸ ਕੇਸ ਦੇ ਵਿੱਚ ਜਿਹੜਾ ਫੋਰਸ ਤੇ ਡਿਸਪਲੇਸਮੈਂਟ ਹੈ ਦੋਹਾਂ ਦੇ ਵਿਚਾਲੇ ਐਂਗਲ 0 ਤੋਂ ਲੈ ਕੇ 90 ਦੇ ਵਿੱਚ ਹੋਣਾ ਚਾਹੀਦਾ ਹੈ ਲੇਕਿਨ ਐਂਗਲ ਕਦੇ ਵੀ 90 ਦੇ ਇਕੁਅਲ ਨਾ ਹੋਵੇ 90 ਤੋਂ ਸਮੋਲ ਹੀ ਰਹੇ ਓਕੇ ਇਹ ਹੋ ਗਿਆ ਆਪਣਾ ਫਸਟ ਸੈਕਿੰਡ ਵਰਕ ਡਨ ਨੈਗੇਟਿਵ ਵਰਕ ਡਨ ਕਿਸ ਕੇਸ ਦੇ ਵਿੱਚ ਨੈਗੇਟਿਵ ਹੁੰਦਾ ਹੈ ਦੇਖੋ ਜੇ ਆਪਣਾ ਐਂਗਲ 90 ਤੋਂ ਜ਼ਿਆਦਾ ਹੋਵੇ ਤੇ 180 ਦੇ ਇਕੁਅਲ ਜਾਂ ਉਹ ਤੋਂ ਸਮੋਲ ਹੋਵੇ ਧਿਆਨ ਰੱਖਿਆ ਉਰੇ ਮੈਂ ਇਕੁਅਲ ਟੂ ਨਹੀਂ ਲਿਖਿਆ ਕਿਉਂਕਿ ਜੇ 90 ਦੇ ਇਕੁਅਲ ਹੋ ਗਿਆ ਫਿਰ ਤਾਂ ਵਰਕ ਡਨ ਕਿੰਨਾ ਬਣ ਜੂ 0 ਜਦੋਂ ਆਪਣਾ ਐਂਗਲ 90 ਤੋਂ 180 ਦੇ ਵਿੱਚ ਆ ਰਿਹਾ ਹੁੰਦਾ ਹੈ ਤਾਂ ਉਸ ਕੇਸ ਦੇ ਵਿੱਚ ਜਿਹੜਾ ਵਰਕ ਡਨ ਹੈ ਹਮੇਸ਼ਾ ਨੈਗੇਟਿਵ ਰਹਿਣਾ ਉਹ ਤੋਂ ਅੱਗੇ ਆਉਂਦਾ ਆਪਣਾ ਦੇਖੋ ਥਰਡ ਵਰਕ ਕਿਸ ਕੇਸ ਦੇ ਵਿੱਚ ਹੁੰਦਾ 0 ਵਰਕ ਡਨ ਦੇਖੋ ਜਿਹੜਾ ਵਰਕ ਆਪਣਾ 0 ਹੋਊਗਾ ਇਹ ਆਪਣੇ ਦੋ ਕੇਸ ਦੇ ਵਿੱਚ ਹੋ ਸਕਦਾ ਹੈ ਫਸਟ ਕੇਸ ਤਾਂ ਇਹ ਹੈ ਕਿ ਫੋਰਸ ਤੇ ਡਿਸਪਲੇਸਮੈਂਟ ਦੇ ਵਿਚਾਲੇ ਐਂਗਲ 90 ਦਾ ਹੋਵੇ ਇਹਦੇ ਮੈਂ ਤੁਹਾਨੂੰ ਕੱਲ ਦੋ ਐਗਜ਼ਾਮਪਲ ਸਮਝਾਈਆਂ ਸੀ ਅੱਜ ਸਟੂਡੈਂਟ ਨੇ ਕਿਹਾ ਕਿ ਉਹਨੂੰ ਰਿਪੀਟ ਕਰੋ ਤਾਂ ਉਹੀ ਐਗਜ਼ਾਮਪਲਸ ਰਿਪੀਟ ਹੋ ਰਹੀਆਂ ਨੇ ਇੱਕ ਤਾਂ ਮੈਂ ਤੁਹਾਨੂੰ ਐਗਜ਼ਾਮਪਲ ਕੀ ਸਮਝਾਈ ਸੀ ਕਿ ਜੇ ਕੋਈ ਆਦਮੀ ਆਪਣੇ ਸਿਰ ਤੇ weight ਰੱਖਿਆ ਹੋਇਆ ਤੇ ਉਹ ਹੋਰੀਜ਼ੋਨਟਲ ਰੋਡ ਤੇ ਫੋਰਵਰਡ ਡਾਇਰੈਕਸ਼ਨ ਦੇ ਵੱਲ ਮੂਵ ਹੋ ਰਿਹਾ ਤਾਂ ਉਸ ਕੇਸ ਦੇ ਵਿੱਚ ਜਿਹੜਾ ਉਸਦਾ ਵਰਕ ਡਨ ਹੈ ਉਹ 0 ਹੋ ਜੂ 0 ਕਿਉਂ ਹੋ ਜੂ ਕਿਉਂਕਿ ਦੇਖੋ ਜਿਹੜੀ ਗ੍ਰੈਵਿਟੇਸ਼ਨਲ ਫੋਰਸ ਹੈ ਉਹਦੀ ਹੈਲਪ ਨਾਲ ਤਾਂ weight ਆਊਗਾ ਨੀਚੇ ਨੂੰ ਆਦਮੀ ਆਪ ਹੋਰੀਜ਼ੋਨਟਲ ਡਾਇਰੈਕਸ਼ਨ ਦੇ ਵੱਲ ਮੂਵ ਹੋ ਰਿਹਾ ਤਾਂ ਦੋਹਾਂ ਦੇ ਵਿਚਾਲੇ ਐਂਗਲ 90 ਦਾ ਹੋ ਗਿਆ ਨਾ ਤੇ ਜਿਹੜਾ ਆਪਣਾ ਵਰਕ ਡਨ ਹੈ ਇਹ ਇਕੁਅਲ ਹੁੰਦਾ ਸੀ fs cos 90 ਜਿਹੜਾ cos 90 ਆਪਣਾ ਹੁੰਦਾ 0 ਤਾਂ ਜਿਹੜਾ ਵਰਕ ਡਨ ਹੈ ਉਹ ਵੀ ਆਪਣੇ ਲਵੇ ਆ ਜਾਊਗਾ 0 ਜੂਲ ਦਾ ਆ ਜਾਊਗਾ ਓਕੇ ਸੈਕਿੰਡ ਆਪਾਂ ਨੇ ਇਹਦੇ ਵਿੱਚ ਇੱਕ ਐਗਜ਼ਾਮਪਲ ਆਪਣੇ ਸਮਝੀ ਸੀ ਵਰਕ ਡਨ ਬਾਈ ਸੈਂਟਰੀਪੀਟਲ ਫੋਰਸ ਉਹਦੇ ਵਿੱਚ ਕੀ ਸਮਝਿਆ ਸੀ ਕਿ ਮੰਨ ਲਓ ਕੋਈ ਆਬਜੈਕਟ ਸਰਕੂਲਰ ਪਾਥ ਤੇ ਰੋਟੇਟ ਹੋ ਰਿਹਾ ਇਹ ਉਹਦਾ ਰੇਡੀਅਸ ਹੈ r ਜਿਹੜੀ ਸੈਂਟਰੀਪੀਟਲ ਫੋਰਸ ਹੁੰਦੀ ਹੈ ਹਮੇਸ਼ਾ ਲੱਗਦੀ ਹੈ ਟੁਵਾਰਡਸ ਦਾ ਸੈਂਟਰ ਆਫ ਦਾ ਸਰਕਲ ਜਾਂ ਫਿਰ ਅਲੋਂਗ ਦਾ ਰੇਡੀਅਸ ਆਫ ਦਾ ਸਰਕਲ ਜਿਹੜੀ ਡਿਸਪਲੇਸਮੈਂਟ ਹੈ ਹਮੇਸ਼ਾ ਹੁੰਦੀ ਹੈ ਅਲੋਂਗ ਦਾ ਟੈਂਜੈਂਟ ਤਾਂ ਇਸ ਕੇਸ ਦੇ ਵਿੱਚ ਵੀ ਦੋਹਾਂ ਦਾ ਐਂਗਲ 90 ਦਾ ਹੋ ਜਾਂਦਾ ਹੈ ਤਾਂ ਆਪਾਂ ਕੀ ਕਹਿ ਸਕਦੇ ਹਾਂ ਕਿ ਜਿਹੜਾ ਵਰਕ ਡਨ ਬਾਈ ਸੈਂਟਰੀਪੀਟਲ ਫੋਰਸ ਹੈ ਉਹ ਵੀ ਹਮੇਸ਼ਾ 0 ਹੀ ਹੁੰਦਾ ਤੇ ਦੇਖੋ ਇੱਕ ਅਗਲੀ ਕੀ ਆਪਾਂ ਇਹਦੇ ਵਿੱਚ ਸਮਝ ਸਕਦੇ ਹਾਂ ਦੇਖੋ ਇਹ ਤਾਂ ਆਪਣੀ ਐਂਗਲ 90 ਦੇ ਨਾਲ ਐਗਜ਼ਾਮਪਲ ਸੀ ਅਗਲੀ ਐਗਜ਼ਾਮਪਲ ਕੀ ਆਂਦਾ ਹੈ ਕਿ ਜੇ ਆਪਣੀ ਡਿਸਪਲੇਸਮੈਂਟ ਹੀ 0 ਹੋ ਜੇ ਤਾਂ ਉਸ ਕੇਸ ਦੇ ਵਿੱਚ ਵੀ ਵਰਕ ਡਨ 0 ਹੋ ਜੂ ਐਗਜ਼ਾਮਪਲ ਕੀ ਹੈ ਮੰਨ ਲਓ ਕੋਈ ਇਹ ਵਾਲ ਹੈ ਇਹਨੂੰ ਇੱਕ ਲੜਕਾ 50 ਨਿਊਟਨ ਦੀ ਫੋਰਸ ਲਗਾ ਰਿਹਾ ਹੁਣ ਦੇਖੋ ਫੋਰਸ ਤਾਂ ਇਸ ਨੂੰ ਲਗਾ ਰਿਹਾ ਕਿ ਇਹ ਵਾਲ ਮੂਵ ਹੋ ਰਹੀ ਹੈ ਨਹੀਂ ਹੋ ਰਹੀ ਹੈਗੀ ਇਹ ਆਪਣੀ ਥਾਂ ਤੋਂ ਬਿਲਕੁਲ ਵੀ ਡਿਸਪਲੇਸ ਨਹੀਂ ਹੋਈ ਹੈਗੀ ਤਾਂ ਇਸ ਕੇਸ ਦੇ ਵਿੱਚ ਵੀ ਜਿਹੜਾ ਵਰਕ ਡਨ ਹੈ ਉਹ ਆਪਣਾ 0 ਹੋ ਜੂ ਓਕੇ ਸਾਰੀਆਂ ਐਗਜ਼ਾਮਪਲਸ ਆਉਂਦੇ ਆ ਹੁਣ ਥੋੜੇ ਜਿਹੇ ਕੁਐਸਚਨਸ ਨੇ ਉਹਨਾਂ ਦਾ ਮੈਨੂੰ ਆਨਸਰ ਦਿਓ ਅੱਛਾ ਦੇਖੋ ਵਰਕ ਡਨ ਬਾय frictional force ਵਰਕ ਡਨ ਬਾय frictional force ਤੁਹਾਡੇ ਅਕੋਰਡਿੰਗ ਇਹ ਪੋਜ਼ਿਟਿਵ ਹੁੰਦਾ ਹੈ ਨੈਗੇਟਿਵ ਹੁੰਦਾ ਹੈ ਜਾਂ 0 ਹੁੰਦਾ ਹੈ ਇਹਦਾ ਆਨਸਰ ਦਿਓ ਹਾਂਜੀ ਸਟੂਡੈਂਟਸ ਆਰਿਅਨ ਦਾ ਆਨਸਰ ਬਿਲਕੁਲ ਓਕੇ ਆਇਆ ਬਾਕੀ ਦੇਖੋ ਸਟੂਡੈਂਟਸ ਸਾਗਰ ਦਾ ਆਨਸਰ ਬਿਲਕੁਲ ਓਕੇ ਆਇਆ ਹਾਂਜੀ ਕਵਿਸ਼ ਦਾ ਆਨਸਰ ਓਕੇ ਹੈ ਦੇਖੋ ਕੀ ਹੋਊਗਾ ਇਹਦੇ ਵਿੱਚ ਜਿਹੜਾ ਆਪਣਾ ਵਰਕ ਡਨ ਹੈ ਉਹ ਹਮੇਸ਼ਾ ਨੈਗੇਟਿਵ ਹੋਊਗਾ ਰੀਜ਼ਨ ਕੀ ਹੈ ਦੇਖੋ ਜਿਸ ਡਾਇਰੈਕਸ਼ਨ ਦੇ ਵਿੱਚ ਆਬਜੈਕਟ ਟਰੈਵਲ ਹੋ ਰਿਹਾ ਹੁੰਦਾ ਹੈ ਜਿਸ ਡਾਇਰੈਕਸ਼ਨ ਦੇ ਵਿੱਚ ਆਬਜੈਕਟ ਦੀ ਡਿਸਪਲੇਸਮੈਂਟ ਹੋ ਰਹੀ ਹੁੰਦੀ ਹੈ ਜਿਹੜੀ ਫ੍ਰਿਕਸ਼ਨਲ ਫੋਰਸ ਹੈ ਉਹ ਤਾਂ ਹਮੇਸ਼ਾ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਐਕਟ ਹੁੰਦੀ ਹੈ ਨਾ ਆਪਾਂ ਜਾਣਦੇ ਹਾਂ ਫ੍ਰਿਕਸ਼ਨਲ ਫੋਰਸ ਆਲਵੇਜ਼ ਆਪੋਜ਼ਿਸ ਦਾ ਮੋਸ਼ਨ ਆਫ ਐਨ ਆਬਜੈਕਟ ਤਾਂ ਦੋਹਾਂ ਦੇ ਵਿਚਾਲੇ ਐਂਗਲ 180 ਦਾ ਹੋ ਗਿਆ ਕੋਸ 180 ਦੀ ਹੁੰਦੀ ਸੀ ਵੈਲਿਊ -1 ਤਾਂ ਇਸ ਕੇਸ ਦੇ ਵਿੱਚ ਜਿਹੜਾ ਵਰਕ ਡਨ ਉਹ ਆਪਣਾ ਨੈਗੇਟਿਵ ਹੋ ਜੂ ਅੱਛਾ ਇਹ ਤੋਂ ਅਗਲੀ ਦੋ ਮੈਨੂੰ ਆਰਾਮ ਨਾਲ ਸੋਚ ਕੇ ਆਨਸਰ ਹੋਵੇ ਓਕੇ ਆਬਜੈਕਟ
ਉੱਪਰੋਂ ਦੀ ਨੀਚੇ ਨੂੰ ਆ ਰਿਹਾ, ਫ੍ਰੀ ਫੋਲ ਹੋ ਰਿਹਾ, ਓਕੇ। ਤਾਂ ਉਸ ਕੇਸ ਦੇ ਵਿੱਚ ਜਿਹੜਾ ਵਰਕ ਡਨ ਹੈ ਨੈਗੇਟਿਵ ਹੈ, ਪੋਜ਼ਿਟਿਵ ਹੈ ਜਾਂ ਜ਼ੀਰੋ ਹੈ, ਨੀਚੇ ਨੂੰ ਆ ਰਿਹਾ ਆਬਜੈਕਟ, ਫ੍ਰੀ ਫੋਲ ਹੋ ਰਿਹਾ, ਫ੍ਰੀ ਐਕਸਲਰੇਟ ਹੋ ਰਿਹਾ। ਹਾਂਜੀ, ਸ਼ੁਭਮ ਦਾ ਆਂਸਰ ਓਕੇ ਆਇਆ, ਆर्यन ਦਾ ਆਂਸਰ ਓਕੇ ਆਇਆ, ਨੇ ਕਮਲ ਤੁਹਾਡਾ ਆਂਸਰ ਰੋਂਗ ਆ ਰਿਹਾ, ਮੋਹਿਤ ਦਾ ਆਂਸਰ ਹੈ, ਸੁਖਮਨ ਤੁਹਾਡਾ ਆਂਸਰ ਰੋਂਗ ਹੈ, ਹਾਂਜੀ ਨਵਜੋਤ ਤੁਹਾਡਾ ਵੀ ਆਂਸਰ ਰੋਂਗ ਹੈ। ਇਹਦੇ ਵਿੱਚ ਵਰਕ ਡਨ ਪੋਜ਼ਿਟਿਵ ਹੋਊਗਾ। ਰੀਜ਼ਨ ਕੀ ਹੈ, ਦੇਖੋ ਜਿਹੜੀ ਗ੍ਰੈਵੀਟੇਸ਼ਨਲ ਫੋਰਸ ਹੈ ਉਹ ਵੀ ਨੀਚੇ ਨੂੰ ਐਕਟ ਹੋ ਰਹੀ ਹੈ, ਜਿਹੜਾ ਆਬਜੈਕਟ ਹੈ ਉਹ ਵੀ ਨੀਚੇ ਨੂੰ ਆ ਰਿਹਾ। ਜੇ ਦੋਹੇ ਨੀਚੇ ਨੂੰ ਆ ਰਹੇ ਨੇ ਤਾਂ ਜਿਹੜਾ ਦੋਹਾਂ ਦੇ ਵਿਚਾਲੇ ਐਂਗਲ ਹੋ ਜਾਊਗਾ ਉਹ ਹੋ ਜਾਊਗਾ 0 ਡਿਗਰੀ ਦਾ, ਕੋਸ 0 1 ਹੁੰਦਾ ਹੈ। ਤੇ ਜਦੋਂ ਆਪਣਾ ਐਂਗਲ 0 ਦਾ ਉਦੋਂ ਆਪਣੇ ਲਵੇ ਕੋਸ ਦੀ ਵੈਲਿਊ ਕੀ ਆ ਰਹੀ ਹੈ, ਪੋਜ਼ਿਟਿਵ ਆ ਰਹੀ ਹੈ ਨਾ। ਤਾਂ ਇਸ ਕੇਸ ਦੇ ਵਿੱਚ ਜਿਹੜਾ ਵਰਕ ਡਨ ਹੈ ਉਹ ਹਮੇਸ਼ਾ ਪੋਜ਼ਿਟਿਵ ਰਹਿਣਾ ਹੈ। ਅਗਲੀ ਐਗਜ਼ਾਮਪਲ ਸਮਝੋ, ਆਪਣੇ ਕਲੋਕ ਦੀ ਨੀਡਲ ਹੈ ਰੋਟੇਟ ਹੋ ਰਹੀ ਹੈ, ਇਸ ਦੇ ਦੁਆਰਾ ਜਿਹੜਾ ਵਰਕ ਡਨ ਹੈ ਉਹ ਕਿੰਨਾ ਹੋਊਗਾ, ਨੈਗੇਟਿਵ, ਪੋਜ਼ਿਟਿਵ ਕਿ ਜ਼ੀਰੋ। ਯੈਸ ਓਬਵੀਅਸਲੀ ਤਾਂ ਕਿੰਨਾ ਆ ਜਾਊਗਾ, ਜ਼ੀਰੋ ਆ ਜਾਊ, ਕਿਉਂਕਿ ਜੇ ਕੋਈ ਆਬਜੈਕਟ ਰੋਟੇਟ ਹੋ ਰਹੀ ਹੋਵੇ ਉਹਦੇ ਉੱਤੇ ਹਮੇਸ਼ਾ ਸੈਂਟਰੀਪੀਟਲ ਫੋਰਸ ਐਕਟ ਕਰ ਰਹੀ ਹੁੰਦੀ ਹੈ ਤੇ ਵਰਕ ਡਨ ਬਾय ਸੈਂਟਰੀਪੀਟਲ ਫੋਰਸ ਇਜ਼ ਆਲਵੇਜ਼ ਜ਼ੀਰੋ। ਇਸ ਤੋਂ ਅਗਲੀ ਐਗਜ਼ਾਮਪਲ ਦੋ, ਇਹ ਤੋਂ ਅਗਲਾ ਸਮਝੋ, ਦੇਖੋ ਆਬਜੈਕਟ ਹੈ, ਇਹਦਾ ਮਾਸ ਮੰਨ ਲਓ ਹੈਗਾ 100 kg, ਓਕੇ। ਇਹਦੇ ਉੱਤੇ 100 ਨਿਊਟਨ ਦੀ ਫੋਰਸ ਲੱਗੀ, ਇਹਦੀ 100 ਮੀਟਰ ਦੀ ਕੀ ਹੋਈ ਹੈ ਡਿਸਪਲੇਸਮੈਂਟ, ਉਰੇ ਐਂਗਲ ਬਣ ਰਿਹਾ 60 ਦਾ। ਤਾਂ ਤੁਹਾਡੇ ਅਕੋਰਡਿੰਗ ਜਿਹੜਾ ਵਰਕ ਡਨ ਹੈ ਪੋਜ਼ਿਟਿਵ ਹੋਊਗਾ, ਨੈਗੇਟਿਵ ਹੋਊਗਾ ਕਿ ਜ਼ੀਰੋ ਹੋਊਗਾ? ਹਾਂਜੀ ਬੱਚੇ ਉਹਦਾ ਆਂਸਰ ਦਿਓ। ਸਟੇਟਮੈਂਟ ਰਿਪੀਟ ਹੋ ਰਹੀ ਹੈ, ਕੋਈ ਆਬਜੈਕਟ ਹੈ ਉਹਦਾ ਮਾਸ ਹੈਗਾ 100 kg, ਹਾਂਜੀ ਇਹਦੇ ਵਿੱਚ ਪੋਜ਼ਿਟਿਵ ਹੋਊਗਾ ਕਿਉਂਕਿ ਐਂਗਲ 0 ਤੋਂ 90 ਦੇ ਵਿੱਚ ਆ ਰਿਹਾ। ਓਕੇ ਓਕੇ, ਤਾਂ ਹਰੇਕ ਨੂੰ ਚੀਜ਼ ਸਮਝ ਲੱਗ ਗਈ ਨਾ, ਇਹ ਸਾਰੀਆਂ ਤੁਹਾਨੂੰ ਐਗਜ਼ਾਮਪਲਸ ਆਉਂਦੀਆਂ ਹਨ। ਹਾਂਜੀ ਅਗਲਾ ਹੈਡਿੰਗ ਦੇਖੋ, ਅੱਜ ਅੱਗੇ ਆਪਣੇ ਸਾਹਮਣੇ, ਹਾਂਜੀ ਕਮਲ ਸੈਂਟਰੀਪੀਟਲ ਫੋਰਸ ਵਾਲਾ ਰਾਜ ਸਮਝੋ। ਦੇਖੋ ਮੈਂ ਉਹ 'ਚ ਕੀ ਸਮਝਾ ਰਿਹਾ ਸੀ, ਜਿਹੜੀ ਸੈਂਟਰੀਪੀਟਲ ਫੋਰਸ ਹੁੰਦੀ ਹੈ ਇਹ ਹਮੇਸ਼ਾ ਟੂਵਾਰਡਸ ਦਾ ਸੈਂਟਰ ਸਰਕਲ ਐਕਟ ਹੁੰਦੀ ਹੈ। ਜਿਹੜੀ ਇਹਦੇ ਵਿੱਚ ਡਿਸਪਲੇਸਮੈਂਟ ਹੁੰਦੀ ਹੈ ਉਹ ਹਮੇਸ਼ਾ ਹੁੰਦੀ ਹੈ ਅਲੋਂਗ ਦਾ ਟੈਂਜੈਂਟ ਆਫ ਦਾ ਸਰਕਲ। ਤਾਂ ਇਸ ਤਰ੍ਹਾਂ ਜਿਹੜੀ ਸੈਂਟਰੀਪੀਟਲ ਫੋਰਸ ਹੈ ਤੇ ਆਪਣਾ ਕੀ ਕਹਿੰਦੇ ਨੇ ਅਲੋਂਗ ਦਾ ਟੈਂਜੈਂਟ ਹੈ, ਦੋਹਾਂ ਦੇ ਵਿਚਾਲੇ ਐਂਗਲ 90 ਦਾ ਹੋ ਜੂ। ਜੇ ਦੋਹਾਂ ਦੇ ਵਿੱਚ ਐਂਗਲ 90 ਦਾ ਹੋ ਜੂ ਤਾਂ ਕੋਸ 90 ਆਪਣੇ ਕਿੰਨਾ ਹੁੰਦਾ, ਜ਼ੀਰੋ। ਤਾਂ ਇਸ ਕੇਸ ਦੇ ਵਿੱਚ ਜਿਹੜਾ ਆਪਣਾ ਵਰਕ ਡਨ ਹੋਊਗਾ ਉਹ ਵੀ ਕਿੰਨਾ ਹੋ ਜਾਊਗਾ, ਜ਼ੀਰੋ ਹੋ ਜਾਊਗਾ। ਤਾਂ ਮੈਂ ਲਿਖਿਆ ਸੀ ਕਿ ਜਿਹੜਾ ਵਰਕ ਡਨ ਹੈ ਆਪਣਾ ਜ਼ੀਰੋ। ਅੰਡਰਸਟੂਡ? ਹਾਂਜੀ ਅੱਗੇ ਦੇਖੋ, ਅਗਲਾ ਹੈਡਿੰਗ ਰਾਜੇ ਐਨਰਜੀ, ਇਹਦਾ ਸਿੰਬਲ ਹੁੰਦਾ E। ਐਨਰਜੀ ਦੇਖੋ ਕੀ ਹੁੰਦੀ ਹੈ, the capacity to do work is known as energy। ਕਿ ਕਿਸੇ ਵੀ ਕੰਮ ਨੂੰ ਕਰਨ ਦੀ ਜਿਹੜੇ ਕਪੈਸਿਟੀ ਹੈ, ਐਬਿਲਿਟੀ ਹੈ, ਉਸਦਾ ਹੀ ਆਪਾਂ ਨੇ ਨਾਮ ਰੱਖਿਆ ਹੈ ਐਨਰਜੀ। ਹੁਣ ਦੇਖੋ ਜੇ ਕੋਈ ਕੰਮ ਹੋ ਰਿਹਾ ਤਾਂ ਸਰੀਰ ਦੇ ਵਿੱਚ ਕੋਈ ਪਾਵਰ ਹੋਣੀ, ਤਾਕਤ ਹੋਣੀ, ਜਾਂ ਜਿਵੇਂ ਕੋਈ ਇੰਜਨ ਨੂੰ ਜੇ ਕੰਮ ਹੋ ਰਿਹਾ ਤਾਂ ਇੰਜਨ 'ਚ ਵੀ ਕੋਈ ਨਾ ਕੋਈ ਤਾਂ ਹੋਣੀ ਨਾ ਚੀਜ਼ ਜਿਹਦੇ ਨਾਲ ਉਹਦੇ ਵਿੱਚ ਵਰਕ ਹੋ ਰਿਹਾ। ਤਾਂ ਕਿਸੇ ਵੀ ਕੰਮ ਨੂੰ ਕਰਨ ਦੀ ਜਿਹੜੀ ਸ਼ਮਤਾ ਹੈ, ਐਬਿਲਿਟੀ ਹੈ, ਉਸੇ ਦਾ ਹੀ ਆਪਣੇ ਕੀ ਨਾਮ ਰੱਖਿਆ, ਐਨਰਜੀ ਰੱਖਿਆ। ਐਨਰਜੀ ਦੀਆਂ ਵੇਰੀਅਸ ਫਾਰਮਸ ਹੁੰਦੀਆਂ ਨੇ, ਜਿਵੇਂ ਹੀਟ ਐਨਰਜੀ, ਲਾਈਟ ਐਨਰਜੀ, ਪੋਟੈਂਸ਼ੀਅਲ ਐਨਰਜੀ, ਕਾਈਨੈਟਿਕ ਐਨਰਜੀ, ਇਹਨਾਂ ਦੋਹਾਂ ਨੂੰ ਇਕੱਠੇ ਮਿਲ ਕੇ ਮਕੈਨੀਕਲ ਐਨਰਜੀ, ਸਾਊਂਡ ਐਨਰਜੀ, ਨਿਊਕਲੀਅਰ ਐਨਰਜੀ, ਕੈਮੀਕਲ ਐਨਰਜੀ। ਐਨਰਜੀ ਦੀਆਂ ਵੇਰੀਅਸ ਫਾਰਮਸ ਨੇ। ਇਹ ਸਾਰੀਆਂ ਐਨਰਜੀ ਦੀਆਂ ਉਹ ਫਾਰਮਸ ਨੇ ਜਿਸ ਦੇ ਨਾਲ ਕੋਈ ਵੀ ਵਰਕ ਹੁੰਦਾ। ਓਕੇ, ਇੰਨੀਆਂ ਸਾਰੀਆਂ ਹਰੇਕ ਨੇ ਐਨਰਜੀ ਦੀਆਂ ਫਾਰਮਸ ਬਾਰੇ ਸਮਝਿਆ ਹੋਇਆ। ਜਿਹੜੀ ਐਨਰਜੀ ਹੈ ਅਲਟੀਮੇਟ ਆਪਾਂ ਦੇਖੀਏ, ਐਨਰਜੀ ਨਾਲ ਹੀ ਵਰਕ ਹੁੰਦਾ। ਜਿੱਥੇ ਵਰਕ ਹੈ ਉੱਥੇ ਐਨਰਜੀ ਹੈ, ਮੀਨਸ ਐਨਰਜੀ ਤੇ ਵਰਕ
ਦੋਹੇ ਇੱਕ ਦੂਜੇ ਦੇ ਨਾਲ ਇਕੁਈਵੈਲੈਂਟ ਨੇ ਨਾ, ਕਿਉਂਕਿ ਬਿਨਾਂ એનર્ਜੀ ਤੋਂ ਵਰਕ ਹੋ ਹੀ ਨਹੀਂ ਸਕਦਾ। ਜੇ એનર્ਜੀ ਨਹੀਂ ਹੈਗੀ ਤਾਂ ਉੱਥੇ ਵਰਕ ਹੋਣਾ ਹੀ ਨਹੀਂ ਹੈਗਾ ਕੋਈ। ਤਾਂ ਮੀਨਸ એનર્ਜੀ ਤੇ ਵਰਕ ਦੋਹੇ ਇੱਕ ਦੂਜੇ ਦੇ ਨਾਲ ਕੋਰਿਲੇਟਡ ਨੇ। ਤਾਂ ਸਿੰਪਲੀ ਮੈਂ ਇਹ ਚੀਜ਼ ਵੀ ਕਹਿ ਸਕਦਾ, ਜਿੰਨੀ ਮੇਰੇ ਲਵੇ ਵਰਕ ਦੀ ਵੈਲਿਊ ਹੈ, ਜਿਹੜੇ ਮੇਰੇ ਫਾਰਮੂਲੇ ਵਰਕ ਦੇ ਨਾਲ ਰਿਲੇਟਡ ਨੇ, ਉਹ ਸਾਰੇ ਦੇ ਸਾਰੇ ਜਿਹੜੇ ਫਾਰਮੂਲੇ ਨੇ એનર્ਜੀ ਦੇ ਨਾਲ ਵੀ ਰਿਲੇਟਡ ਹੋਣ। ਮੀਨਸ ਜੇ ਮੇਰਾ 20 ਜੂਲ ਦਾ ਵਰਕ ਡਨ ਹੋਇਆ ਤਾਂ ਮੇਰੇ ਅੰਦਰ 20 ਜੂਲ ਜਿੰਨੀ એનર્ਜੀ ਵੀ ਹੋਊਗੀ। ਤਾਂ ਮੀਨਸ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਫਾਰਮੂਲੇ ਆਪਾਂ ਨੇ ਵਰਕ ਦੇ ਆਪਾਂ ਨੇ ਸਮਝੇ ਨੇ, ਉਹੀ ਸਾਰੇ ਸੇਮ ਟੂ ਸੇਮ ਫਾਰਮੂਲੇ એનર્ਜੀ ਵਾਸਤੇ ਵੀ ਯੂਜ਼ ਹੋ ਸਕਦੇ ਨੇ। ਜਾਣੀ ਕਿ એનર્ਜੀ ਵੀ ਮੈਂ ਇਹ ਲਿਖ ਸਕਦਾ, એનર્ਜੀ ਇਜ਼ ਇਕੁਅਲ ਟੂ ਐਫ ਵੈਕਟਰ ਡੋਟ ਐਸ, ਤੇ ਇਹਦੇ ਜਿਹੜੇ ਯੂਨਿਟਸ ਹੋਣਗੇ ਉਹ ਵੀ ਸੇਮ ਹੋਣਗੇ, SI ਹੋਣਗੇ ਜੂਲ ਤੇ CGS ਹੋਣਗੇ ਤੇ ਅਰਗ। ਲੇਕਿਨ ਜਿਹੜੀਆਂ ਦੋਹਾਂ ਦੀਆਂ ਡੈਫੀਨੇਸ਼ਨਸ ਨੇ, ਮੀਨਿੰਗ ਨੇ ਦੋਹਾਂ ਦੇ ਅਲੱਗ-ਅਲੱਗ ਨੇ। ਦੋਹਾਂ ਦੇ ਜਿਹੜੀਆਂ ਨਿਊਮੈਰੀਕਲ ਵੈਲਿਊਜ਼ ਨੇ, ਐਕਸਪ੍ਰੈਸ਼ਨਸ ਨੇ, ਫਾਰਮੂਲੇ ਨੇ, ਉਹ ਤਾਂ ਸੇਮ ਨੇ, ਬਟ ਜਿਹੜੀਆਂ ਦੋਹਾਂ ਦੀਆਂ ਡੈਫੀਨੇਸ਼ਨਸ ਨੇ ਉਹ ਅਲੱਗ ਹੋਣਗੀਆਂ। ਕਿਉਂਕਿ ਜਿਹੜੀ એનર્ਜੀ ਹੈ ਉਹ ਤਾਂ ਆਪਣੇ ਸਰੀਰ ਦੀ ਇੱਕ ਐਬਿਲਿਟੀ ਹੈ। ਹੁਣ ਉਹਦੇ ਨਾਲ ਜਿਹੜਾ ਕੰਮ ਹੋਇਆ ਉਹ ਕੀ ਹੋਇਆ, ਵਰਕ ਡਨ ਹੋਇਆ। ਮੀਨਸ ਦੋਹੇ ਇੱਕ ਦੂਜੇ ਦੇ ਨਿਊਮੈਰੀਕਲੀ ਇਕੁਅਲ ਹੋ ਸਕਦੇ ਨੇ, ਲੇਕਿਨ ਦੋਹਾਂ ਦੇ ਜਿਹੜੀਆਂ ਫਿਜ਼ੀਕਲ ਡੈਫੀਨੇਸ਼ਨਸ ਨੇ ਉਹ ਨਹੀਂ ਸੇਮ ਹੁੰਦੀਆਂ। ਓਕੇ, ਹੁਣ ਇਸ ਤੋਂ ਅੱਗੇ ਦੇਖੋ, ਅਗਲਾ ਲਿਖੋ ਮਕੈਨੀਕਲ એનર્ਜੀ। ਦੇਖੋ એનર્ਜੀ ਦੀਆਂ ਵੇਰੀਅਸ ਫਾਰਮਸ ਨੇ, ਲੇਕਿਨ ਜੋ ਆਪਾਂ ਨੂੰ ਐਤਕੀ ਸਿਲੇਬਸ ਦੇ ਵਿੱਚ ਹੈ, ਅਜੇ ਪਹਿਲਾਂ ਸਟਾਰਟਿੰਗ ਚ ਉਸਨੂੰ ਸਮਝ ਲਓ। ਮਕੈਨੀਕਲ એનર્ਜੀ, ਮਕੈਨੀਕਲ એનર્ਜੀ ਕੀ ਹੁੰਦੀ ਹੈ ਰਾਜੇ? The energy related to the mechanics of an object is said to be mechanical energy। ਜਿਹੜੀ એનર્ਜੀ ਆਬਜੈਕਟ ਦੇ ਮਕੈਨਿਕਸ ਨਾਲ ਰਿਲੇਟਡ ਹੁੰਦੀ ਹੈ, ਹੁਣ ਕੀ ਹੁੰਦੀ ਸੀ ਮਕੈਨਿਕਸ ਕੀ ਹੁੰਦੀ ਹੈ? It is the branch of physics which deals with the state of rest or the motion of an object is said to be mechanical energy। Okay, ਜਾਣੀ ਕਿ ਜਿਹੜੀ એનર્ਜੀ ਆਬਜੈਕਟ ਦੇ ਮਕੈਨਿਕਸ ਨਾਲ ਰਿਲੇਟਡ ਹੈ, ਕਿ ਆਬਜੈਕਟ ਰੈਸਟ 'ਚ ਹੈ, ਮੋਸ਼ਨ 'ਚ ਹੈ, ਉਹਦੀ ਸ਼ੇਪ ਤਾਂ ਨਹੀਂ, ਵੈਸੇ ਉਹਦੇ ਕਨਫੀਗਰੇਸ਼ਨ ਕੀ ਹੈ, ਉਹਦੇ ਕਿੰਨੀ ਸਪੀਡ ਹਾਈ ਹੈ ਸਲੋ ਹੈ, ਉਹਦੇ ਨਾਲ ਜੋ એનર્ਜੀ ਰਿਲੇਟ ਹੈ, ਉਸ એનર્ਜੀ ਦਾ ਆਪਣੇ ਕੀ ਨਾਮ ਰੱਖਤਾ? ਮਕੈਨੀਕਲ એનર્ਜੀ। ਮਕੈਨੀਕਲ એનર્ਜੀ ਅੱਗੇ ਦੋ ਟਾਈਪਸ ਦੀ ਹੁੰਦੀ ਹੈ। ਇੱਕ એનર્ਜੀ ਦਾ ਨਾਮ ਹੈ ਕੈਨੇਟਿਕ એનર્ਜੀ, ਇੱਕ ਦਾ ਨਾਮ ਹੈ ਪੋਟੈਂਸ਼ੀਅਲ એનર્ਜੀ। ਓਕੇ, ਸਭ ਤੋਂ ਪਹਿਲਾਂ ਆਪਾਂ ਸਮਝਦੇ ਹਾਂ ਕਾਈਨੈਟਿਕ એનર્ਜੀ। ਦੇਖੋ, ਜਿਹੜੀ ਆਪਣੇ ਲਵੇ ਕਾਈਨੈਟਿਕ એનર્ਜੀ ਹੈ, ਇਹ ਚ ਲਿਖੋ the energy possessed by a body due to its motion is said to be kinetic energy। ਜਿਹੜੀ એનર્ਜੀ ਬੋਡੀ ਦੇ ਮੋਸ਼ਨ ਦੇ ਨਾਲ ਰਿਲੇਟ ਹੈ, ਉਸ એનર્ਜੀ ਦਾ ਆਪਣੇ ਕੀ ਨਾਮ ਰੱਖਿਆ ਹੈ? ਕਾਈਨੈਟਿਕ એનર્ਜੀ। ਕਿਉਂਕਿ ਮਕੈਨੀਕਲ એનર્ਜੀ ਚ ਆਪਣੇ ਕੀ ਸਮਝਿਆ, ਜਾਂ ਤਾਂ ਆਬਜੈਕਟ ਮੋਸ਼ਨ ਚ ਹੋਣਾ ਜਾਂ ਰੈਸਟ ਚ ਹੋਣਾ। ਹਾਂ, ਜੇ ਉਹ ਮੋਸ਼ਨ ਨਾਲ ਰਿਲੇਟ ਹੈ ਤਾਂ ਉਸ એનર્ਜੀ ਦਾ ਕੀ ਨਾਮ ਰੱਖਿਆ ਸੀ? ਕਾਈਨੈਟਿਕ એનર્ਜੀ। ਲਿਖ ਲਿਆ? ਹਾਂਜੀ, ਅੱਗੇ ਦੇਖੋ, ਹੁਣ ਇਸ ਦਾ ਆਪਣੇ ਫਾਰਮੂਲੇ ਦੀ ਡੈਰੀਵੇਸ਼ਨ ਸਮਝਣੀ। ਦੇਖੋ, ਮੰਨ ਲਓ ਕੋਈ ਆਬਜੈਕਟ ਹੈ, ਉਹਦੀ ਇਨੀਸ਼ੀਅਲ ਵੈਲੋਸਿਟੀ 0 ਹੈ, ਉਹਦੇ ਉੱਤੇ ਕੋਈ ਫੋਰਸ ਲੱਗੀ ਹੈ F, ਉਹਦੀ ਸਪੀਡ ਐਕਸਲਰੇਟ ਹੋ ਕੇ ਹੋ ਗਈ V, ਉਰੋਂ ਦੀ ਲੈ ਕੇ ਉਰੇ ਤੱਕ ਮੰਨ ਲਓ ਉਹਦੀ ਡਿਸਪਲੇਸਮੈਂਟ ਹੈਗੀ ਹੈ S। ਤਾਂ ਦੇਖੋ ਮੈਂ ਤੁਹਾਨੂੰ ਕੀ ਸਮਝਾਇਆ ਸੀ, ਜਿਹੜਾ એનર્ਜੀ ਹੈ, ਵਰਕ ਡਨ ਹੈ, ਇਕੁਅਲ ਹੀ ਹੁੰਦੇ ਨੇ। ਤਾਂ ਉਰੇ ਮੈਂ ਕੀ ਲਿਖ ਸਕਦਾ? ਇਕੁਅਲ ਹੈ ਆਪਣੇ ਲਵੇ FS cos ਥੀਟਾ। ਜਿਸ ਡਾਇਰੈਕਸ਼ਨ ਦੇ ਵਿੱਚ ਫੋਰਸ ਲਗਾਈ ਹੈ, ਉਸੇ ਡਾਇਰੈਕਸ਼ਨ ਦੇ ਵਿੱਚ ਡਿਸਪਲੇਸਮੈਂਟ ਹੋ ਰਹੀ ਹੈ। ਮੀਨਸ ਜਿਹੜਾ ਐਂਗਲ ਹੈ ਆਪਣੇ ਵਾਸਤੇ 0 ਹੈ। cos 0 ਦੀ ਵੈਲਿਊ ਹੁੰਦੀ ਸੀ 1, ਪਰ ਮੈਂ ਕੀ ਲਿਖ ਲੈਂਦਾ ਉਰੇ, ਜਿਹੜੀ ਮੇਰੀ ਕਾਈਨੈਟਿਕ એનર્ਜੀ ਹੈ FS ਦੇ ਇਕੁਅਲ। F ਅੱਗੇ ਇਕੁਅਲ ਹੁੰਦਾ MA ਦੇ, ਤਾਂ ਜਿਹੜੀ ਕਾਈਨੈਟਿਕ એનર્ਜੀ ਆਪਣੇ ਇਕੁਅਲ ਆ ਗਈ MAS ਦੇ। ਆਪਾਂ ਨੇ ਮੋਸ਼ਨ ਚੈਪਟਰ ਦੇ ਵਿੱਚ ਥਰਡ ਇਕੁਏਸ਼ਨ ਨੂੰ ਸਮਝਿਆ ਸੀ, V ਸਕੁਅਰ ਮਾਈਨਸ U ਸਕੁਅਰ ਇਜ਼ ਇਕੁਅਲ ਟੂ 2AS। ਉਰੋਂ AS ਦੀ ਵੈਲਿਊ ਨਿਕਾਲ ਲਓ। 2 ਉਰੇ ਮਲਟੀਪਲਾਈ ਚ ਹੈ, ਲੈਫਟ ਹੈਂਡ ਸਾਈਡ ਦੇ ਵਿੱਚ ਆ ਕੇ ਡਿਵਾਈਡ ਦੇ ਵਿੱਚ ਆ ਜਾਊਗਾ,
then as will equal to v square minus u square upon 2। as ਦੀ ਵੈਲਿਊ ਇਸ ਇਕੁਏਸ਼ਨ ਦੇ ਵਿੱਚ ਸਬਸਟੀਟਿਊਟ ਹੋ ਜੂ ਤਾਂ ਆਪਾਂ ਕੀ ਲਿਖ ਲਾਂਗੇ m into v square minus u square upon 2। u ਉਰੇ ਆਪਣਾ ਕਿੰਨਾ ਹੈ 0 ਆ ਨਾ, ਤੇ ਉਰੇ ਕੀ ਲਿਖ ਲੂੰਗਾ v square upon 2। ਇਹ ਆ ਗਿਆ ਮੇਰੇ ਲਵੇ ਹਾਫ m v square। ਤਾਂ ਜਿਹੜੀ ਆਪਣੇ ਲਵੇ ਕਿਨੈਟਿਕ એનર્ਜੀ ਹੈ ਉਸਦਾ ਜਿਹੜਾ ਫਾਰਮੂਲਾ ਹੈ ਉਹ ਆ ਜਾਊਗਾ ਹਾਫ m v square। ਇਹ ਹੈਗਾ ਐਕਸਪ੍ਰੈਸ਼ਨ ਫॉर ਕਿਨੈਟਿਕ એનર્ਜੀ। ਓਕੇ, ਐਵੇਂ ਆਪਾਂ ਨਾ ਅੱਗੇ ਆਪਾਂ ਨੇ ਸਮਝਣਾ, ਦੇਖੋ ਪੋਟੈਂਸ਼ੀਅਲ એનર્ਜੀ, ਦੇਖੋ ਇਹ ਕੀ ਹੁੰਦੀ ਹੈ ਦ એનર્ਜੀ, ਹਾਂਜੀ ਰਿਪੀਟ ਹੋ ਰਿਹਾ, ਦੇਖੋ ਹੁਸਨ ਦੇਖੋ ਰਿਪੀਟ ਹੋ ਰਿਹਾ, ਮੇਰੇ ਲਵੇ ਆਬਜੈਕਟ ਹੈ ਕੋਈ, ਉਹਦੀ ਇਨੀਸ਼ੀਅਲ ਵੈਲੋਸਿਟੀ 0 ਹੈ, ਉਹਦੇ ਉੱਤੇ F ਫੋਰਸ ਲੱਗੀ, ਉਹਦੀ ਸਪੀਡ u ਤੋਂ v ਹੋ ਗਈ। ਓਕੇ, ਉਰੋਂ ਦੀ ਲੈ ਕੇ ਉਰੇ ਤੱਕ ਉਹਦੇ ਮੰਨ ਲਓ ਡਿਸਪਲੇਸਮੈਂਟ ਹੈਗੀ s। ਜਿਹੜਾ ਕਿਨੈਟਿਕ એનર્ਜੀ ਹੈ ਵਰਕ ਡਨ ਦੋਹੇ ਇਕੁਅਲੀ ਹੁੰਦੇ ਨੇ, ਤਾਂ ਮੈंने ਵਰਕ ਡਨ ਦਾ ਹੀ ਫਾਰਮੂਲਾ ਲਿਖਤਾ Fs cos ਥੀਟਾ। एंगल कितना 0 है, cos 0 1, तो मैं क्या लिखता Fs। F अगे ma ਦੇ ਇਕੁਅਲ ਹੁੰਦਾ mas। ਜਿਹੜੀ ਆਪਣੇ ਵੇ ਥਰਡ ਇਕੁਏਸ਼ਨ ਹੈ ਉਸ ਦੇ ਅਕੋਰਡਿੰਗ v ਸਕੁਅਰ ਮਾਈਨਸ u ਸਕੁਅਰ ਇਜ਼ ਇਕੁਅਲ ਟੂ 2as ਹੁੰਦਾ ਹੈ। ਉਰੋਂ ਦੀ ਆਪਾਂ as ਦੀ ਵੈਲਿਊ ਨਿਕਾਲ ਲੈਂਦੇ ਹਾਂ v ਸਕੁਅਰ ਮਾਈਨਸ u ਸਕੁਅਰ ਅਪੋਨ 2। as ਦੀ ਥਾਂ ਤੇ ਉਹਦੀ ਵੈਲਿਊ ਸਬਸਟੀਟਿਊਟ ਹੋ ਗਈ v ਸਕੁਅਰ ਮਾਈਨਸ u ਸਕੁਅਰ ਅਪੋਨ 2। ਤਾਂ ਉਰੇ ਮੈਂ ਕੀ ਲਿਖ ਲਾਂਦਾ ਇਸ ਨੂੰ mv ਸਕੁਅਰ ਦੇ ਨੀਚੇ 2 ਆ ਗਿਆ, ਤਾਂ ਕੀ ਲਿਖ ਲਾਂਦੇ ਹਾਂ ਹਾਫ mv ਸਕੁਅਰ। ਪਹਿਲਾਂ ਅੱਜ ਫਿਰ ਇਹਨੂੰ ਸਮਝ ਲਓ ਜੇ ਤੁਹਾਨੂੰ ਨਹੀਂ ਸਮਝ ਆ ਰਹੀ ਹੈ। ਹਾਂਜੀ ਦੇਖੋ ਇਹਦੀਆਂ ਕੀ ਐਗਜ਼ਾਮਪਲਸ ਆਉਂਦੀਆਂ ਨੇ ਕਿਨੈਟਿਕ એનર્ਜੀ ਦੀਆਂ। ਜੇ ਕੋਈ ਆਬਜੈਕਟ ਉੱਪਰ ਦੇ ਨੀਚੇ ਨੂੰ ਆ ਰਿਹਾ ਮੋਸ਼ਨ 'ਚ, ਉਦੋਂ ਉਹਦੇ ਵਿੱਚ ਜਿਹੜੀ એનર્ਜੀ ਹੈਗੀ ਹੈ ਉਸਦਾ ਨਾਮ ਹੈ ਕਿਨੈਟਿਕ એનર્ਜੀ। ਜੇ ਕੋਈ ਕਾਰ ਹੈ ਰੋਡ ਤੇ ਚੱਲ ਰਹੀ ਹੈ ਉਹ 'ਚ ਵੀ ਕੋਈ ਨਾ ਕੋਈ એનર્ਜੀ ਹੈ, ਉਸ એનર્ਜੀ ਦਾ ਵੀ ਆਪਣੇ ਕੀ ਨਾਮ ਰੱਖਤਾ ਕਿਨੈਟਿਕ એનર્ਜੀ। ਮੀਨਸ ਜਿਹੜਾ ਵੀ ਆਬਜੈਕਟ ਮੋਸ਼ਨ ਦੇ ਵਿੱਚ ਹੈਗਾ ਉਸ ਟਾਈਮ ਜੋ ਉਹਦੇ ਵਿੱਚ એનર્ਜੀ ਹੈਗੀ ਆ ਉਸ એનર્ਜੀ ਦਾ ਕੀ ਨਾਮ ਰੱਖਿਆ ਆਪਾਂ ਨੇ ਕਿਨੈਟਿਕ એનર્ਜੀ ਰੱਖਿਆ। ਓਕੇ, ਇਹਦੇ ਵਿੱਚ ਬਾਕੀ ਨੂੰ ਆਪਾਂ ਹੋਰ ਵੀ ਅੱਗੇ ਡਿਟੇਲ 'ਚ ਸਮਝਾਂਗੇ, ਹਜੇ ਰਹਿਣ ਦਿਓ ਪੋਟੈਂਸ਼ੀਅਲ એનર્ਜੀ, ਇਹਨੂੰ ਅੱਗੇ ਹਜੇ ਆਪਣਾ ਸਮਝ ਲਓ। ਦੇਖੋ ਜੇ ਉੱਥੇ ਆ ਜਾਂਦਾ ਐਕਸਪ੍ਰੈਸ kinetic energy in terms of momentum, in terms of momentum ਤੈਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ। ਦੇਖੋ ਜਿਹੜੀ kinetic energy ਹੈ ਇਕੁਅਲ ਹੁੰਦੀ ਹੈ ਹਾਫ m v ਸਕੁਅਰ ਦੇ। ਮੈਨੇ ਇਸ ਨੂੰ ਮੋਮੈਂਟਮ ਦੀ ਫਾਰਮ 'ਚ ਲਿਖਣਾ ਹੈ, ਮੋਮੈਂਟਮ ਦਾ ਸਿੰਬਲ ਹੁੰਦਾ p, ਇਕੁਅਲ ਹੁੰਦੀ ਹੈ mv ਦੇ। ਤਾਂ ਕੀ ਕਰੋ m ਦੇ ਨਾਲ ਮਲਟੀਪਲਾਈ m ਦੇ ਨਾਲ ਡਿਵਾਈਡ, ਫਿਰ ਮੈਂ ਕੀ ਲਿਖ ਲੂੰਗਾ ਹਾਫ m ਸਕੁਅਰ v ਸਕੁਅਰ ਅਪੋਨ m। ਨੂੰ ਇੰਝ ਵੀ ਲਿਖ ਸਕਦਾ ਹਾਫ ਇੰਟੂ mv ਸਕੁਅਰ ਅਪੋਨ m। ਜਿਹੜਾ ਅੱਗੇ mv ਹੈ ਆਪਣਾ p ਦੇ ਇਕੁਅਲ ਹੈ, ਤਾਂ ਕੀ ਲਿਖ ਲੈਂਦਾ p ਸਕੁਅਰ ਅਪੋਨ 2। ਤਾਂ ਮੀਨਸ ਕਿਨੈਟਿਕ એનર્ਜੀ ਨੂੰ ਜੇ ਆਪਾਂ ਨੇ ਮੋਮੈਂਟਮ ਦੇ ਵਿੱਚ ਲਿਖਣਾ ਹੋਵੇ, ਮੋਮੈਂਟਮ ਦੇ ਟਰਮਸ 'ਚ ਲਿਖਣਾ ਹੋਵੇ, ਤਾਂ ਜਿਹੜੀ ਆਪਣੀ ਕਿਨੈਟਿਕ એનર્ਜੀ ਇਕੁਅਲ ਹੁੰਦੀ ਹੈ p ਸਕੁਅਰ ਅਪੋਨ 2m ਦੇ। ਓਕੇ, ਹੁਸਨ ਮੈਂ ਤੁਹਾਡਾ ਮਾਈਕ ਅਨਮਿਊਟ ਕਰ ਰਿਹਾ, ਜੋ ਉਸਨੂੰ ਨਹੀਂ ਸਮਝ ਲੱਗਿਆ ਰਿਪੀਟ ਹੋ ਜਾਂਦਾ।